ਅਗਰ ਤੁਹਾਡੇ 6 ਈਚ ਬੈਂਡ ਹੈਗੇ ਆ, ਚਾਹੇ ਤੁਸੀਂ +2 ਹੋ ਚਾਹੇ ਤੁਸੀਂ ਗ੍ਰੈਜੂਏਟ ਹੋ, ਭਾਵੇਂ ਤੁਹਾਡਾ 15 ਸਾਲ ਤੱਕ ਦਾ ਵੀ ਗੈਪ ਹੈ, ਤਾਂ ਤੁਸੀਂ ਸਾਡੇ ਕੋਲ ਆਓ, ਅਸੀਂ ਤੁਹਾਡੀ ਫਾਈਲ ਉਸ ਤਰੀਕੇ ਪ੍ਰੀਪੇਅਰ ਕਰਾਂਗੇ, ਤੁਹਾਨੂੰ ਦੱਸਾਂਗੇ ਕਿ ਵੀਜ਼ਾ ਕਿਸ ਤਰੀਕੇ ਲਿਆ ਜਾ ਸਕਦਾ ਹੈ। ਹਾਂ, ਮੈਂ ਇਹ ਵੀ ਨਹੀਂ ਕਹਿੰਦਾ ਕਿ ਸਾਡੇ ਕੋਲ ਕੋਈ ਇਸ ਚੀਜ਼ ਦੇ ਲਈ ਕੋਈ ਜਾਦੂ ਦੀ ਛੜੀ ਹੈ ਜਾਂ ਕੁਛ ਹੈ। ਹੁਣ ਜਿਹੜਾ ਮੈਂ ਤੁਹਾਨੂੰ 8 ਸਾਲ ਦਾ ਗੈਪ ਵਾਲਾ ਕੇਸ ਦੱਸਦਾ ਕਿ ਬੱਚੇ ਦਾ 12ਵੀਂ ਤੋਂ ਬਾਅਦ 8 ਸਾਲ ਦੇ ਗੈਪ ਨਾਲ ਵੀਜ਼ਾ ਆਇਆ, ਉਹਨੂੰ ਸਭ ਨੇ ਮਨਾ ਕਰਤਾ ਸੀ, ਕਹਿੰਦੇ ਸੀ ਤੇਰਾ ਕੇਸ ਹੋ ਹੀ ਨਹੀਂ ਸਕਦਾ। ਉਹ ਬੱਚਾ, ਉਹਨੂੰ ਮਿਲਾਵਾਂਗੇ ਵੀ, ਉਹ ਬੱਚਾ ਆਪਣੇ ਆਪ ਬੋਲ ਕੇ ਦੱਸੂਗਾ ਕਿ ਉਹਦਾ ਕੀ ਸਾਡੇ ਨਾਲ ਐਕਸਪੀਰੀਅੰਸ ਰਿਹਾ ਅਤੇ ਕਿੱਦਾਂ ਉਹਨੂੰ ਵੀਜ਼ਾ ਮਿਲਿਆ। ਜਿਹਨੂੰ ਕਹਿੰਦੇ PPR ਰਿਕੁਐਸਟ ਲੈਟਰ, ਜਿਹੜਾ ਬੱਚਿਆਂ ਨੇ ਆਪਣੀ ਫਾਈਲ ਲਾਈ ਹੋਈ ਹੈ ਉਹਨਾਂ ਨੂੰ ਇਹ ਪਤਾ ਚੱਲ ਜਾਣਾ ਕਿ ਜਦੋਂ PPR ਰਿਕੁਐਸਟ ਲੈਟਰ ਆ ਗਿਆ, ਇਹਦਾ ਮੀਨਿੰਗ ਉਹਨਾਂ ਦਾ ਵੀਜ਼ਾ ਆ ਗਿਆ। ਇੱਕ ਵਾਰੀ ਕੈਮਰੇ 'ਚ ਦਿਖਾ ਦਿਓ, ਕਿਉਂਕਿ ਬਹੁਤ ਸਾਰੇ ਲੋਕ ਹੁੰਦੇ ਨੇ ਉਹਨਾਂ ਨੂੰ ਵਹਿਮ ਹੁੰਦਾ ਨਾ ਕਿਤੇ ਝੂਠ ਬੋਲਦੇ ਪਏ ਨੇ। ਇੱਕ ਵਾਰੀ ਕੈਮਰੇ ਵੱਲ ਕਰਕੇ ਦਿਖਾ ਦਿਓ ਵੀ ਹਾਂ ਬਿਲਕੁਲ। ਪੇਰੈਂਟਸ ਦਾ ਵੀ ਇੰਪੇਸ਼ੈਂਟ ਹੋਣਾ ਜਾਇਜ਼ ਹੈ, ਕਿਉਂਕਿ ਉਹਨਾਂ ਦੇ ਫੰਡਸ ਇਨਵੋਲਵ ਹੈ, ਉਹਨਾਂ ਦਾ ਪੈਸਾ ਬਲੌਕ ਹੋਇਆ। ਹਰ ਬੰਦੇ ਦੇ ਜਿਹੜੇ ਇਕਨੋਮਿਕਲ ਕੰਡੀਸ਼ਨਸ ਇੱਕੋ ਜਿਹੀਆਂ ਨਹੀਂ ਹੁੰਦੀਆਂ, ਸਭ ਕੋਲੇ 15-18 ਲੱਖ ਘਰੇ ਪਿਆ ਨਹੀਂ ਹੁੰਦਾ, ਕਿਸੇ ਨੇ ਕੋਈ ਕਰਜ਼ਾ ਚੁੱਕ ਕੇ ਲਾਇਆ ਹੁੰਦਾ ਹੈ, ਕਿਸੇ ਨੇ ਰਿਸ਼ਤੇਦਾਰਾਂ ਤੋਂ ਫੜੇ ਹੁੰਦੇ ਹੈ। ਸੋ ਉਮੀਦ ਦੇ ਬੇਸਿਸ 'ਤੇ ਹੀ ਲਾਇਆ ਹੁੰਦਾ ਹੈ ਕਿ ਚਲੋ 2-3 ਮਹੀਨੇ 'ਚ ਡਿਸੀਜ਼ਨ ਆ ਜਾਊਗਾ, ਵੀਜ਼ਾ ਹੋ ਜਾਊਗਾ, ਬੱਚਾ ਚਲੇ ਜਾਊਗਾ। ਪਰ ਜਦੋਂ ਸਾਲ 1.5 ਸਾਲ ਤੋਂ ਬੱਚੇ ਰੁਕੇ ਹੋਏ ਆ, ਸੋ ਇਹ ਇੱਕ ਮੁਸ਼ਕਿਲ ਦਾ ਟਾਈਮ ਜ਼ਰੂਰ ਹੈਗਾ। ਸੋ ਇਹ ਟਾਈਮ ਅੱਗੇ ਨਾ ਦੇਖਣਾ ਪਵੇ, ਇਹਦੇ ਲਈ ਬੱਚਿਆਂ ਨੂੰ ਪਲਾਨ ਕਰਕੇ ਚੱਲਣ ਦੀ ਮੇਰਾ ਇੱਕ ਸੁਜੈਸ਼ਨ ਹੈ ਪੇਰੈਂਟਸ ਨੂੰ ਕਿ ਮੋਟੇ ਵਿਆਜ ਦਰਾਂ 'ਤੇ ਪੈਸੇ ਚੱਕਣ ਦੀ ਬਜਾਏ ਤੁਸੀਂ ਐਜੂਕੇਸ਼ਨ ਲੋਨ ਵੱਲ ਨੂੰ ਚੱਲੋ, ਤਾਂ ਕਿ ਤੁਹਾਨੂੰ ਇੱਕੋ ਦਮ ਨਾ ਤਾਂ ਤੁਹਾਡਾ ਵਿਆਜ ਦਾ ਤੁਹਾਡੇ 'ਤੇ ਬਰਡਨ ਪਵੇ ਅਤੇ ਤੁਸੀਂ ਵੀ ਅਤੇ ਬੱਚੇ ਦੀ ਪੜ੍ਹਾਈ ਵੀ, ਬੱਚਾ ਆਪਣੇ ਆਪ ਨੂੰ ਸਿਕਿਉਰ ਫੀਲ ਕਰੇ, ਬੱਚੇ ਦੇ ਦਿਮਾਗ 'ਤੇ ਬੋਝ ਨਾ ਹੋਵੇ ਕਿ ਉਹਨੇ ਪੜ੍ਹਾਈ ਦੇ ਨਾਲ ਪੈਸੇ ਲਾਉਣੇ। ਜਿਸ ਦੇ ਵਿੱਚ ਤੁਸੀਂ ਕਿਹਾ ਸੀ ਬੱਚਿਆਂ ਦੀ ਮਦਦ ਸਾਡੇ ਵੱਲੋਂ ਵੀ ਕੀਤੀ ਜਾਊਗੀ, ਵੀ ਅਗਰ ਉਹ ਕਿਸੇ ਬੈਂਕ ਦੇ ਕੋਲ ਲੋਨ ਲੈਣ ਲਈ ਜਾ ਰਹੇ ਨੇ ਤਾਂ ਦੇਖਿਆ ਜਾਂਦਾ ਡਾਕੂਮੈਂਟੇਸ਼ਨ ਪੂਰੀ ਨਹੀਂ ਹੁੰਦੀ ਹੈਗੀ, ਤਾਂ ਉੱਥੇ BSW ਜਿਹੜੀ ਹੈ ਨਾਲ ਹੈਲਪ ਕਰੂਗੀ ਬੱਚਿਆਂ ਦੀ। ਜਿੱਦਾਂ ਬਹੁਤ ਸਾਰੇ ਬੈਂਕ, ਸਰਕਾਰੀ ਬੈਂਕ ਵੀ ਹੈ, 7.5 ਤੋਂ 8 ਲੱਖ ਤੱਕ ਦਾ ਲੋਨ ਦਿੰਦੇ ਆ ਬਿਨਾਂ ਕਿਸੇ ਸਿਕਿਉਰਿਟੀ ਦੇ। ਕੁਝ ਪ੍ਰਾਈਵੇਟ ਬੈਂਕਸ ਦੀਆਂ ਪਾਲਿਸੀਜ਼ ਹੈਗੀਆਂ, ਉਹ 15 ਤੋਂ 18 ਲੱਖ ਤੱਕ ਦਾ ਸਟੱਡੀ ਅਬਰੋਡ ਦੇ ਲਈ ਐਜੂਕੇਸ਼ਨ ਲੋਨ ਦਿੰਦੇ ਵਿਦਾਊਟ ਐਨੀ ਸਿਕਿਉਰਿਟੀ ਦੇ, ਪ੍ਰੋਵਾਈਡਡ ਕਿ ਪੇਰੈਂਟਸ ਦੀਆਂ ਇਨਕਮ ਟੈਕਸ ਰਿਟਰਨ 4, 5 ਜਾਂ 6 ਲੱਖ ਦੀਆਂ ਚਾਹੇ ਦੋਨਾਂ ਦੀ ਕੰਬਾਈਨ ਕਰਕੇ ਹੋਣ। ਸੋ ਹਾਂ, ਇਹ ਫਾਰਮੈਲਿਟੀਜ਼ ਬੱਚੇ ਪੂਰੇ ਕਰਦੇ ਤਾਂ ਸਾਡੀ ਟੀਮ ਹੈਲਪ ਕਰੂਗੀ ਐਜੂਕੇਸ਼ਨ ਲੋਨ ਦਿਵਾਉਣ ਦੇ ਵਿੱਚ। ਅਗਰ ਬੱਚੇ ਦੇ 6 ਈਚ ਬੈਂਡ ਹੈਗੇ ਹੈ, ਚਾਹੇ ਉਹ ਬੱਚਾ ਗ੍ਰੈਜੂਏਟ ਹੈ, ਚਾਹੇ ਉਹ ਬੱਚਾ +2 ਹੋਲਡਰ ਹੈ, ਉਹਦਾ ਗੈਪ ਕਿੰਨਾ ਵੀ ਹੈ, ਉਹਦਾ ਵੀਜ਼ਾ ਆਊਗਾ, ਉਹਦੀ ਫਾਈਲ ਉਸ ਤਰੀਕੇ ਲੱਗੂਗੀ ਕਿ ਉਹਨੇ ਉਸ ਗੈਪ ਪੀਰੀਅਡ ਦੇ ਵਿੱਚ ਜੋ ਕੀਤਾ ਹੈ ਉਹਦੀ ਐਕਸਪਲੇਨੇਸ਼ਨ ਅਸੀਂ SOP ਦੇ ਵਿੱਚ ਦੇਵਾਂਗੇ ਅਤੇ ਉਸ ਬੱਚੇ ਨੂੰ ਵੀਜ਼ਾ ਮਿਲੂਗਾ। ਸਟੈਪ ਬਾਏ ਸਟੈਪ ਹੈਲਪ ਕੀਤੀ ਅਤੇ ਇੱਕ ਨਾ ਟਰਾਂਸਪੇਰੈਂਸੀ ਜਿਹੜੀ ਸੀ ਮੇਨ ਚੀਜ਼ ਉਹ ਹੁੰਦੀ ਹੈ। ਬਿਕੋਜ਼ ਸਾਨੂੰ ਹੁਣ ਕਈ ਸਟੂਡੈਂਟਸ ਹੁੰਦੇ ਆ, ਸਾਨੂੰ ਹੁਣ ਹਰੇਕ ਗੱਲ ਜਦੋਂ ਪਤਾ ਲੱਗਦਾ ਰਹਿੰਦਾ ਨਾ, ਸਾਡੇ 'ਚ ਕੌਨਫੀਡੈਂਸ ਆਉਂਦਾ ਰਹਿੰਦਾ ਕਿ ਹਾਂ ਬਈ ਸਾਡਾ ਕੁਛ ਨਾ ਕੁਛ ਅੱਗੇ ਚੱਲ ਰਿਹਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਗੁਰਦੀਪ ਸਿੰਘ ਲੰਮੇ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਜ਼। ਅੱਜ ਕੱਲ੍ਹ ਹਰ ਇੱਕ ਬੱਚਾ ਕੈਨੇਡਾ ਦੇ ਵਿੱਚ ਸਟੱਡੀ ਕਰਨਾ ਚਾਹੁੰਦਾ ਹੈ, ਲੇਕਿਨ ਕੈਨੇਡਾ ਵਿੱਚ ਸਟੱਡੀ ਕਰਨ ਨੂੰ ਲੈ ਕੇ ਜਿਹੜੇ ਆ ਬਹੁਤ ਸਾਰੇ ਮਾਪੇ ਨੇ ਆਪਣੇ ਬੱਚਿਆਂ ਨੂੰ ਜ਼ਿਆਦਾ ਇੰਟਰਸਟ ਦੇ ਉੱਤੇ ਕਰਜ਼ਾ ਚੁੱਕ ਕੇ ਜਿਹੜੇ ਆ ਬੱਚਿਆਂ ਨੂੰ ਬਾਹਰਲੀ ਕੰਟਰੀਜ਼ ਦੇ ਵਿੱਚ ਭੇਜ ਰਹੇ ਨੇ, ਕੈਨੇਡਾ ਦੇ ਵਿੱਚ ਸਟੱਡੀ ਕਰਨ ਦੇ ਲਈ ਭੇਜ ਰਹੇ ਨੇ। ਤਾਂ ਕੋਵਿਡ ਦੇ ਦੌਰ ਦੇ ਤੁਸੀਂ ਦੇਖਿਆ ਹੋਣਾ ਆ ਕਿ ਫਲਾਈਟਸ ਬੰਦ ਹੋਈਆਂ ਔਰ ਬਹੁਤ ਸਾਰੇ ਬੱਚਿਆਂ ਦੀਆਂ ਜਿਹੜੀਆਂ ਫਾਈਲਸ ਨੇ ਉਹ ਪੈਂਡਿੰਗ ਰਹੀਆਂ। ਤਾਂ ਹੁਣ ਗੱਲ ਕੀਤੀ ਜਾਵੇ, ਹੁਣ ਦੁਬਾਰਾ ਤੋਂ ਜਿਹੜੇ ਕੇਸਿਸ ਲਗਾਤਾਰ ਵੱਧ ਰਹੇ ਨੇ ਕਿ ਹੁਣ ਦੇ ਇਸ ਦੌਰ ਦੇ ਵਿੱਚ, ਕੋਵਿਡ ਦੇ ਦੌਰ ਦੇ ਵਿੱਚ ਫੰਡਸ ਜਿਹੜੇ ਨੇ ਵਿਆਜ ਦੇ ਉੱਤੇ ਚੱਕ ਕੇ ਬੱਚਿਆਂ ਨੂੰ ਕੈਨੇਡਾ ਭੇਜਿਆ ਜਾਣਾ ਜਾਇਜ਼ ਹੈ ਜਾਂ ਨਹੀਂ, ਤਾਂ ਕੀ ਕਰਨਾ ਚਾਹੀਦਾ, ਇਸ ਦੇ ਬਾਰੇ ਗੱਲਬਾਤ ਕਰ ਲੈਂਦੇ ਹਾਂ। ਸਾਡੇ ਨਾਲ ਇਸ ਵੇਲੇ BSBW ਤੋਂ ਸੁਨੀਲ ਚੌਧਰੀ ਜੀ ਮੌਜੂਦ ਨੇ। ਚੌਧਰੀ ਸਾਹਿਬ, ਸਭ ਤੋਂ ਪਹਿਲਾਂ ਅਪਰੂਵਲ ਅਤੇ ਰਿਫਿਊਜ਼ਲ ਤੋਂ ਸਟਾਰਟ ਕਰਦੇ ਹਾਂ ਆਪਾਂ ਕਿ ਰਿਫਿਊਜ਼ਲਸ ਬਹੁਤ ਆ ਰਹੀਆਂ ਨੇ, ਬਹੁਤ ਸਾਰੇ ਬੱਚਿਆਂ ਦਾ ਇਹ ਕਹਿਣਾ ਹੈ ਕਿ ਕੈਨੇਡਾ ਦੇ ਵਿੱਚ ਅਸੀਂ ਫਾਈਲ ਅਪਲਾਈ ਕਰ ਰਹੇ ਹਾਂ ਲੇਕਿਨ ਰਿਫਿਊਜ਼ਲ ਬਹੁਤ ਆ ਰਹੀਆਂ ਨੇ, ਕਿ ਰਿਫਿਊਜ਼ਲ ਅਤੇ ਅਪਰੂਵਲ ਦੇ ਵਿੱਚ ਕਿੰਨਾ ਕੁ ਜਿਹੜਾ ਅੰਤਰ ਹੈ? ਦੇਖੋ, ਇਹ ਕੋਈ ਪਹਿਲੀ ਵਾਰ ਨਹੀਂ, ਆਪਾਂ ਪਹਿਲਾਂ ਵੀ ਇਹਦੇ 'ਤੇ ਗੱਲ ਕੀਤੀ ਹੈ ਕਿ ਰਿਫਿਊਜ਼ਲ ਅਤੇ ਅਪਰੂਵਲ ਇਹ ਪਹਿਲੀ ਵਾਰ ਨਹੀਂ ਹੈਗਾ। ਜਦੋਂ ਵੀ ਕਿਸੇ ਇਨਟੇਕ ਦੇ ਡਿਸੀਜ਼ਨ ਆਉਣੇ ਸ਼ੁਰੂ ਹੁੰਦੇ ਆ, ਜਿੱਦਾਂ ਇਸ ਟਾਈਮ 'ਤੇ ਜਿਨ੍ਹਾਂ ਬੱਚਿਆਂ ਦੇ ਜਨਵਰੀ ਦੇ ਲਈ ਫਾਈਲਸ ਲੱਗੀਆਂ ਹੋਈਆਂ, ਉਹਨਾਂ ਦੇ ਡਿਸੀਜ਼ਨ ਆਉਣੇ ਸ਼ੁਰੂ ਹੋ ਗਏ ਹੈ, ਤਾਂ ਰਿਫਿਊਜ਼ਲ ਅਤੇ ਅਪਰੂਵਲ ਦੋਨੋਂ ਚੀਜ਼ਾਂ ਹੀ ਫੇਸ ਕਰਨੀਆਂ ਪੈਂਦੀਆਂ। ਪਹਿਲਾਂ ਤਾਂ ਇਹ ਚੀਜ਼ ਆਪਾਂ ਨੂੰ ਦੇਖਣੀ ਪੈਣੀ ਹੈ ਕਿ ਬਹੁਤ ਲੰਬੇ ਟਾਈਮ ਤੋਂ ਬਾਅਦ ਕੇਸਾਂ ਦੇ ਜਿਹੜੇ ਡਿਸੀਜ਼ਨ ਆਉਣੇ ਸ਼ੁਰੂ ਹੋਏ ਆ। ਫਿਰ ਜੇ ਗੱਲ ਆਪਾਂ ਰਿਫਿਊਜ਼ਲ ਅਤੇ ਅਪਰੂਵਲ ਦੀ ਕਰਦੇ ਹਾਂ ਤਾਂ ਉਹ ਬਰਾਬਰ ਕਿ ਜੇ ਚੱਲ ਰਹੇ ਆ। ਪਹਿਲਾਂ ਜਿਹੜੇ SDS ਕੇਸਿਸ ਮੰਨੇ ਜਾਂਦੇ ਸੀ ਕਿ SDS ਦੇ ਵਿੱਚ ਅਗਰ ਫਾਈਲ ਲੱਗੀ ਹੈ, ਬੱਚੇ ਦੇ 6 ਈਚ ਬੈਂਡ ਹੈਗੇ ਆ, ਬੱਚੇ ਨੇ ਆਪਣੀ ਫੀਸ ਭਰੀ ਹੈ, ਬੱਚੇ ਨੇ ਆਪਣੀ GIC ਭਰੀ ਹੈ, 1 ਸਾਲ ਦੀ ਫੀਸ ਭਰੀ ਹੋਈ ਹੈ, ਤਾਂ ਉਸ ਕੇਸ ਨੂੰ ਮੰਨਿਆ ਜਾਂਦਾ ਸੀ ਕਿ 100% ਸਕਸੈਸ ਰੇਟ ਹੀ ਹੈ, ਵੀਜ਼ਾ ਹੋ ਹੀ ਜਾਣਾ ਹੈ। ਪਰ ਇਸ ਟਾਈਮ ਪੀਰੀਅਡ ਦੇ ਵਿੱਚ ਜਿਹੜੀ ਰਿਫਿਊਜ਼ਲ ਰੇਟ ਹੈ ਉਹ ਕੇਸਿਸ ਦਾ ਵੀ ਕਾਫੀ ਜ਼ਿਆਦਾ ਹੈ। ਉਹਦੇ ਕਾਰਨ ਕਈ ਸਾਰੇ ਹੈਗੇ ਆ, ਪਰ ਨਾਲ ਦੀ ਨਾਲ ਜੇ ਆਪਾਂ ਦੇਖੀਏ ਇਕੱਲੀ ਰਿਫਿਊਜ਼ਲ ਨਹੀਂ ਹੈ, ਅਪਰੂਵਲ ਵੀ ਹੈ। ਸਾਡੇ ਕੋਲ ਇੱਦਾਂ ਦੇ ਕੇਸਿਸ ਵੀ ਹੈ ਕਿ 12ਵੀਂ ਤੋਂ ਬਾਅਦ ਬੱਚੇ ਦੇ 8 ਸਾਲ ਦਾ ਗੈਪ ਅਤੇ ਉਸ ਤੋਂ ਬਾਅਦ ਬੱਚੇ ਦਾ ਵੀਜ਼ਾ ਆਇਆ, ਗ੍ਰੈਜੂਏਸ਼ਨ ਤੋਂ ਬਾਅਦ ਬੱਚੇ ਦਾ 15 ਸਾਲ ਦਾ ਗੈਪ ਅਤੇ ਉਹਦਾ ਬੱਚੇ ਦਾ ਵੀਜ਼ਾ ਆਇਆ। ਇੱਕ ਹੋਰ ਸਾਡੇ ਕੋਲ ਕੈਂਡੀਡੇਟ ਜਿਹਦਾ ਗ੍ਰੈਜੂਏਸ਼ਨ ਤੋਂ ਬਾਅਦ 8 ਸਾਲ ਦਾ ਗੈਪ ਸੀ, ਉਹਦਾ ਵੀਜ਼ਾ ਆਇਆ ਅਤੇ ਉਹ ਮੈਰਿਡ ਕੈਂਡੀਡੇਟ ਸੀ, ਬਾਅਦ ਦੇ ਵਿੱਚ ਉਹਦੇ ਸਪਾਊਸ ਦੀ ਵੀ ਫਾਈਲ ਹੋਣੀ ਹੈ। ਸੋ ਇਹ ਨਹੀਂ ਆਪਾਂ ਕਹਿ ਸਕਦੇ ਕਿ ਸਿਰਫ ਅਤੇ ਸਿਰਫ ਰਿਫਿਊਜ਼ਲ ਹੈ, ਅਪਰੂਵਲ ਵੀ ਹੈ।
ਹੁਣ ਦੇਖਣੇ ਵਾਲੀ ਚੀਜ਼ ਜਿਹੜੀ ਹੈ ਕਿ ਫਾਈਲ ਨੂੰ ਪ੍ਰੈਜ਼ੈਂਟ ਕਿੱਦਾਂ ਕੀਤਾ ਜਾ ਰਿਹਾ ਹੈ। ਫਾਈਲ ਦੇ ਵਿੱਚ ਅਗਰ ਫਾਈਲ ਤੁਹਾਡੀ ਪ੍ਰੋਪਰਲੀ ਐਕਸਪਲੇਨ ਕੀਤੀ ਹੋਈ ਹੈ, ਫਾਈਲ ਦੇ ਵਿੱਚ SOP ਚੰਗੇ ਤਰੀਕੇ ਲੱਗੀ ਹੋਈ ਹੈ ਤੇ ਫਾਈਲ ਤੁਹਾਡੀ ਚੰਗੇ ਤਰੀਕੇ ਪ੍ਰੈਜ਼ੈਂਟ ਕੀਤੀ ਗਈ ਹੈ ਤਾਂ ਵੀਜ਼ਾ ਮਿਲ ਜਾਣਾ ਹੈ। ਇਹ ਬਹੁਤ ਰੇਅਰ ਹੁੰਦਾ ਹੈ ਕਿ ਬਹੁਤ ਚੰਗੇ ਤਰੀਕੇ ਤੁਹਾਡੀ ਪ੍ਰੈਜ਼ੈਂਟੇਸ਼ਨ ਵੀ ਹੈ ਤੇ ਵੀਜ਼ਾ ਤੁਹਾਡਾ ਰਿਫਿਊਜ਼ ਵੀ ਹੋਗਾ ਤਾਂ ਬੱਚੇ ਕੋਲ ਸੈਕੰਡ ਟਾਈਮ ਅਪਲਾਈ ਕਰਨ ਦਾ ਮੌਕਾ ਹੁੰਦਾ ਹੈ। ਬਹੁਤ ਸਾਰੇ ਬੱਚੇ ਇਸ ਚੀਜ਼ ਨੂੰ ਲੈ ਕੇ ਡਰ ਜਾਂਦੇ ਆ ਕਿ ਪਹਿਲੀ ਵਾਰ ਰਿਫਿਊਜ਼ ਹੋ ਗਿਆ, ਪਤਾ ਨਹੀਂ ਹੁਣ ਲੱਗੂਗਾ ਜਾਂ ਨਹੀਂ ਲੱਗੂਗਾ। ਹਾਂ, ਮੈਂ ਇੱਥੇ ਇਹ ਚੀਜ਼ ਜ਼ਰੂਰ ਕਹਿ ਦੇਣਾ ਚਾਹੁੰਦਾ ਕਿ ਅਗਰ ਤੁਹਾਡੇ 6 ਈਚ ਬੈਂਡ ਹੈਗੇ ਆ, ਚਾਹੇ ਤੁਸੀਂ +2 ਹੋ, ਚਾਹੇ ਤੁਸੀਂ ਗ੍ਰੈਜੂਏਟ ਹੋ, ਭਾਵੇਂ ਤੁਹਾਡਾ 15 ਸਾਲ ਤੱਕ ਦਾ ਵੀ ਗੈਪ ਹੈ, ਤਾਂ ਤੁਸੀਂ ਸਾਡੇ ਕੋਲ ਆਓ, ਅਸੀਂ ਤੁਹਾਡੀ ਫਾਈਲ ਉਸ ਤਰੀਕੇ ਪ੍ਰਿਪੇਅਰ ਕਰਾਂਗੇ, ਤੁਹਾਨੂੰ ਦੱਸਾਂਗੇ ਕਿ ਵੀਜ਼ਾ ਕਿਸ ਤਰੀਕੇ ਲਿਆ ਜਾ ਸਕਦਾ ਹੈ। ਹਾਂ, ਮੈਂ ਇਹ ਵੀ ਨਹੀਂ ਕਹਿੰਦਾ ਕਿ ਸਾਡੇ ਕੋਲ ਕੋਈ ਇਸ ਚੀਜ਼ ਦੇ ਲਈ ਕੋਈ ਜਾਦੂ ਦੀ ਛੜੀ ਹੈ ਜਾਂ ਕੁਛ ਹੈ। ਇਹ ਸਾਡਾ ਤਜਰਬਾ ਹੈ, ਪਿਛਲੇ 12 ਸਾਲ ਤੋਂ ਅਸੀਂ ਜੋ ਕੁਛ ਕਰਦੇ ਪਏ ਹਾਂ, ਅਸੀਂ ਕਰ ਹੀ ਇਹੀ ਚੀਜ਼ ਰਹੇ ਹਾਂ। ਜਿਹੜੇ ਕੇਸਿਸ ਨੂੰ ਮਾਰਕੀਟ ਦੇ ਵਿੱਚ ਲੋਕ ਮਨਾ ਕਰ ਦਿੰਦੇ ਆ, ਹੁਣ ਜਿਹੜਾ ਮੈਂ ਤੁਹਾਨੂੰ 8 ਸਾਲ ਦਾ ਗੈਪ ਵਾਲਾ ਕੇਸ ਦੱਸਦਾ ਕਿ ਬੱਚੇ ਦਾ 12ਵੀਂ ਤੋਂ ਬਾਅਦ 8 ਸਾਲ ਦੇ ਗੈਪ ਨਾਲ ਵੀਜ਼ਾ ਆਇਆ, ਉਹਨੂੰ ਸਭ ਨੇ ਮਨਾ ਕਰਤਾ ਸੀ, ਕਹਿੰਦੇ ਸੀ ਤੇਰਾ ਕੇਸ ਹੋ ਹੀ ਨਹੀਂ ਸਕਦਾ। ਉਹ ਬੱਚਾ, ਉਹਨੂੰ ਮਿਲਾਵਾਂਗੇ ਵੀ, ਉਹ ਬੱਚਾ ਆਪਣੇ ਆਪ ਬੋਲ ਕੇ ਦੱਸੂਗਾ ਕਿ ਉਹਦਾ ਕੀ ਸਾਡੇ ਨਾਲ ਐਕਸਪੀਰੀਅੰਸ ਰਿਹਾ ਤੇ ਕਿੱਦਾਂ ਉਹਨੂੰ ਵੀਜ਼ਾ ਮਿਲਿਆ। ਡਿਸੀਜਨ ਡਿਲੇ ਨੂੰ ਲੈ ਕੇ ਬਹੁਤ ਗੱਲ ਚੱਲਦੀ ਪਿਆ, ਇੰਨੇ ਡਿਸੀਜਨ ਜਿਹੜੇ ਡਿਲੇ ਕਿਉਂ ਹੁੰਦੇ ਨੇ? ਦੇਖੋ, ਹਾਈ ਕਮਿਸ਼ਨ ਕੋਲ ਪੁਰਾਣਾ ਬੈਕਲੌਗ ਬਹੁਤ ਪਿਆ ਹੈ। ਜੇ ਆਪਾਂ ਗੱਲ ਕਰੀਏ ਕਿ ਤੁਸੀਂ ਇਕੱਲਾ ਸਟੂਡੈਂਟ ਵੀਜ਼ਾ ਦਾ ਡਿਸੀਜਨ ਡਿਲੇ ਨਹੀਂ ਹੈ, ਵਿਜ਼ਿਟਰ ਵੀਜ਼ਾ ਦੇ ਡਿਸੀਜਨਸ ਵੀ ਡਿਲੇ ਹੋ ਰਹੇ ਆ। PR ਦੀਆਂ ਫਾਈਲਾਂ ਪਿਛਲੇ ਦਸੰਬਰ ਤੋਂ ਲੈ ਕੇ ਹੁਣ ਤੱਕ PR ਦਾ ਕੋਈ ਡਰਾ ਨਹੀਂ ਨਿਕਲਿਆ। ਸੋ ਬੈਕਲੌਗ ਉਹਨਾਂ ਕੋਲ ਇੰਨਾ ਜ਼ਿਆਦਾ ਪਿਆ ਹੈ ਕੋਵਿਡ ਟਾਈਮ ਦੇ ਡਿਊਰਿੰਗ ਦਾ। ਸੋ ਉਹ ਬੈਕਲੌਗ ਕਲੀਅਰ ਕਰਨ ਦੇ ਚੱਕਰ ਦੇ ਵਿੱਚ ਜਿਹੜੀਆਂ ਨਵੀਆਂ ਫਾਈਲਸ ਵੀ ਲੱਗ ਰਹੀਆਂ, ਜੇ ਹੁਣ ਵੀ ਆਪਾਂ ਗੱਲ ਕਰੀਏ ਤਾਂ 6-6 ਮਹੀਨੇ ਸਟੂਡੈਂਟ ਵੀਜ਼ਾ ਦੀਆਂ ਫਾਈਲਾਂ ਨੂੰ ਹੋ ਗਏ, ਕਿਉਂਕਿ ਮੈਂ ਸਟੂਡੈਂਟ ਦੀ ਗੱਲ ਜ਼ਿਆਦਾ ਇਸ ਕਰਕੇ ਕਰਦਾ ਕਿ ਅਸੀਂ ਮੋਸਟਲੀ ਸਟੂਡੈਂਟ ਵੀਜ਼ਾ ਦਾ ਕੰਮ ਕਰਦੇ ਹਾਂ, ਵਿਜ਼ਿਟਰ ਦਾ ਕੰਮ ਕਰਦੇ ਹਾਂ। ਸੋ ਜਿਹੜਾ ਸਾਡਾ ਪਰਸਨਲ ਐਕਸਪੀਰੀਅੰਸ ਹੈ ਉਹ ਮੈਂ ਦੱਸਦਾ ਕਿ ਪਿਛਲੇ 6-6 ਮਹੀਨੇ ਤੋਂ 8-8 ਮਹੀਨੇ ਤੋਂ ਕਿਊਬਿਕ ਵਾਲੀਆਂ ਫਾਈਲਾਂ ਜਿਹੜੀਆਂ ਹੈਗੀਆਂ ਉਹ 1.5 ਸਾਲ ਤੋਂ ਵੀ ਕੁਝ ਬੱਚਿਆਂ ਦੀ ਹਾਲੇ ਤੱਕ ਵੀ ਲਟਕ ਰਹੀਆਂ, ਜਿਨ੍ਹਾਂ ਦੇ ਡਿਸੀਜਨ ਨਹੀਂ ਆਏ। ਸੋ ਬੱਚਿਆਂ ਦੇ ਲਈ ਵੀ ਤੇ ਜਿਨ੍ਹਾਂ ਕੰਸਲਟੈਂਟਸ ਦੇ ਕੋਲ ਉਹਨਾਂ ਦੇ ਕੇਸ ਲੱਗੇ ਹੋਏ ਆ, ਪ੍ਰੋਬਲਮ ਵਾਲੀ ਸਿਚੁਏਸ਼ਨ ਦੋਨਾਂ ਦੇ ਲਈ ਹੈ, ਕਿਉਂਕਿ ਬੱਚਾ ਵਾਰ-ਵਾਰ ਇਹ ਚੀਜ਼ ਪੁੱਛਦਾ ਹੈ ਕਿ ਮੇਰਾ ਡਿਸੀਜਨ ਕਦੋਂ ਆਊਗਾ। ਹੁਣ ਡਿਸੀਜਨ ਦੇਣਾ ਹਾਈ ਕਮਿਸ਼ਨ ਨੇ, ਜਦੋਂ ਹਾਈ ਕਮਿਸ਼ਨ ਨੇ ਦੇਣਾ ਹੈ ਤਾਂ ਕਿਸੇ ਨੇ ਆਪਣੇ ਕੋਲ ਨਹੀਂ ਰੱਖਣਾ, ਬੱਚੇ ਤੱਕ ਪਹੁੰਚਾ ਹੀ ਦੇਣਾ ਹੈ ਜੋ ਵੀ ਉਹਦਾ ਅਪਰੂਵਲ ਜਾਂ ਰਿਫਿਊਜ਼ਲ ਹੈ। ਸੋ ਬੱਚਿਆਂ ਦਾ ਵੀ ਇੰਪੇਸ਼ੈਂਟ ਹੋਣਾ ਜਾਇਜ਼ ਹੈ, ਕਿਉਂਕਿ ਇੰਨੇ ਲੰਬੇ ਸਮੇਂ ਤੋਂ ਡਿਸੀਜਨਸ ਰੁਕੇ ਹੋਏ ਆ। ਸੋ ਪੇਰੈਂਟਸ ਦਾ ਵੀ ਇੰਪੇਸ਼ੈਂਟ ਹੋਣਾ ਜਾਇਜ਼ ਹੈ, ਕਿਉਂਕਿ ਉਹਨਾਂ ਦੇ ਫੰਡਸ ਇਨਵੋਲਵ ਹੈ, ਉਹਨਾਂ ਦਾ ਪੈਸਾ ਬਲੌਕ ਹੋਇਆ ਹੈ। ਹਰ ਬੰਦੇ ਦੇ ਜਿਹੜੇ ਇਕਨੋਮਿਕਲ ਕੰਡੀਸ਼ਨਸ ਇੱਕੋ ਜਿਹੀਆਂ ਨਹੀਂ ਹੁੰਦੀਆਂ, ਸਭ ਕੋਲੇ 15-18 ਲੱਖ ਘਰੇ ਪਿਆ ਨਹੀਂ ਹੁੰਦਾ, ਕਿਸੇ ਨੇ ਕੋਈ ਕਰਜ਼ਾ ਚੁੱਕ ਕੇ ਲਾਇਆ ਹੁੰਦਾ ਹੈ, ਕਿਸੇ ਨੇ ਰਿਸ਼ਤੇਦਾਰਾਂ ਤੋਂ ਫੜੇ ਹੁੰਦੇ ਆ। ਸੋ ਉਮੀਦ ਦੇ ਬੇਸਿਸ 'ਤੇ ਹੀ ਲਾਇਆ ਹੁੰਦਾ ਹੈ ਕਿ ਚਲੋ 2-3 ਮਹੀਨੇ 'ਚ ਡਿਸੀਜਨ ਆ ਜਾਊਗਾ, ਵੀਜ਼ਾ ਹੋ ਜਾਊਗਾ, ਬੱਚਾ ਚਲੇ ਜਾਊਗਾ। ਪਰ ਜਦੋਂ ਸਾਲ 1.5 ਸਾਲ ਤੋਂ ਬੱਚੇ ਰੁਕੇ ਹੋਏ ਆ, ਸੋ ਇਹ ਇੱਕ ਮੁਸ਼ਕਲ ਦਾ ਟਾਈਮ ਜ਼ਰੂਰ ਹੈਗਾ। ਸੋ ਇਹ ਟਾਈਮ ਅੱਗੇ ਨਾ ਦੇਖਣਾ ਪਵੇ, ਇਹਦੇ ਲਈ ਬੱਚਿਆਂ ਨੂੰ ਪਲਾਨ ਕਰਕੇ ਚੱਲਣ ਦੀ ਜ਼ਰੂਰਤ ਹੈ। ਜਿਹੜੇ ਪੇਰੈਂਟਸ ਹੁੰਦੇ ਨੇ ਜ਼ਿਆਦਾਤਰ ਜਿਹੜੇ ਆ ਜ਼ਿਆਦਾ ਇੰਟਰਸਟ ਦੇ ਉੱਤੇ ਜਿਹੜੇ ਫੰਡਿੰਗਸ ਜਿਹੜੇ ਆ ਕਰ ਲੈਂਦੇ ਨੇ, ਜਿਵੇਂ ਤੁਸੀਂ ਹੁਣੀ ਗੱਲ ਕੀਤੀ ਹੈ ਕਿ ਇੰਟਰਸਟ ਹੁੰਦੇ ਨੇ, ਕਈਆਂ ਦੇ ਪੈਂਡਿੰਗਸ ਹੋ ਜਾਂਦੇ ਨੇ ਡਿਸੀਜਨ ਜਿਹੜੇ ਹੁੰਦੇ ਨੇ, ਤਾਂ ਉਹ ਅਜਿਹੇ ਕਰਨ ਕੀ ਮਾਪੇ ਫਿਰ? ਦੇਖੋ, ਆਮ ਤੌਰ 'ਤੇ ਜੇ ਆਪਾਂ ਗੱਲ ਕਰੀਏ, ਜਿਹੜਾ 70% ਬੱਚਾ ਰੂਰਲ ਬੈਕਗਰਾਊਂਡ ਤੋਂ ਹੈ, ਜਿਹੜੇ ਫੋਰਨ ਐਜੂਕੇਸ਼ਨ ਦੇ ਲਈ ਜਾਣਾ ਚਾਹੁੰਦੇ ਆ, ਤਾਂ ਉਹਨਾਂ ਦੇ ਵਿੱਚ ਮੋਸਟਲੀ ਕੀ ਹੁੰਦਾ ਹੈ ਕਿ ਆੜਤੀਆਂ ਤੋਂ ਜਾਂ ਪ੍ਰਾਈਵੇਟ ਫਾਈਨੈਂਸਰਾਂ ਤੋਂ ਪੈਸੇ ਚੱਕੇ ਜਾਂਦੇ ਆ ਤੇ ਚੱਕ ਕੇ ਉਹ ਬਹੁਤ ਮੋਟੇ ਵਿਆਜ 'ਤੇ ਚੱਕੇ ਜਾਂਦੇ, 1.5 ਤੋਂ 2% ਮਹੀਨੇ 'ਤੇ ਉਹ ਵਿਆਜ 'ਤੇ ਪੈਸੇ ਚੱਕ ਹੁੰਦੇ ਆ ਤੇ ਉਹ ਲਾ ਦਿੰਦੇ ਆ ਕਿ ਉਮੀਦ ਹੁੰਦੀ ਹੈ ਕਿ ਚਲੋ 2 ਜਾਂ 3 ਮਹੀਨੇ 'ਚ ਬੱਚੇ ਦਾ ਵੀਜ਼ਾ ਹੋ ਜਾਣਾ, ਬੱਚਾ ਬਾਹਰ ਚੱਲ ਜੂਗਾ। ਉਸ ਤੋਂ ਬਾਅਦ ਕਿਸੇ ਤਰੀਕੇ ਉਹਦਾ ਚਾਹੇ ਫਸਲ ਦੀ ਜਿਹੜੀ ਰੋਟੇਸ਼ਨ ਹੈ ਉਹਦੇ 'ਚ ਮੋੜ ਦੇਣਗੇ ਜਾਂ ਬੱਚਾ ਥੋੜ੍ਹਾ ਕਰਕੇ ਮੋੜਨਾ ਸ਼ੁਰੂ ਕਰ ਦੂਗਾ। ਪਰ ਜਦੋਂ ਪਿਛਲੇ 1-1.5 ਸਾਲ ਤੋਂ ਡਿਸੀਜਨ ਰੁਕੇ ਹੋਏ ਆ, ਅੱਜ ਬੱਚਾ ਵੀ ਪਰੇਸ਼ਾਨੀ ਦੇ ਵਿੱਚ ਹੈ, ਅੱਜ ਪੇਰੈਂਟਸ ਵੀ ਪਰੇਸ਼ਾਨੀ ਦੇ ਵਿੱਚ ਹੈ ਕਿ ਪੈਸੇ ਮੋੜਨ ਕਿੱਦਾਂ, ਕਿਉਂਕਿ 15-18 ਲੱਖ ਕੋਈ ਛੋਟੀ ਰਕਮ ਨਹੀਂ ਹੈਗੀ। ਸੋ ਮੈਂ ਇਹ ਐਡਵਾਈਸ ਕਰੂੰਗਾ ਕਿ ਪ੍ਰਾਈਵੇਟ ਫਾਈਨੈਂਸਰਾਂ ਤੋਂ ਲੈ ਕੇ ਜਾਂ ਆੜਤੀਆਂ ਤੋਂ ਤੁਸੀਂ ਮੋਟੀ ਜਿਹੜੀ ਵਿਆਜ ਦੇ ਕੇ ਤੁਸੀਂ ਜਿਹੜੇ ਪੈਸੇ ਚੱਕਣੇ ਆ, ਉਹਦੀ ਬਜਾਏ ਤੁਸੀਂ ਐਜੂਕੇਸ਼ਨ ਲੋਨ ਵੱਲ ਨੂੰ ਰੁਖ ਕਰੋ, ਕਿਉਂਕਿ ਗਵਰਨਮੈਂਟ ਬਹੁਤ ਘੱਟ ਵਿਆਜ ਦਰਾਂ 'ਤੇ ਗਵਰਨਮੈਂਟ ਬੈਂਕਸ, ਕੁਝ ਪ੍ਰਾਈਵੇਟ ਬੈਂਕਸ ਵੀ ਐਜੂਕੇਸ਼ਨ ਲੋਨ ਪ੍ਰੋਵਾਈਡ ਕਰ ਰਹੇ ਆ। ਤੁਸੀਂ ਐਜੂਕੇਸ਼ਨ ਲੋਨ ਦੀਆਂ ਕੋਈ ਬਹੁਤ ਲੰਬੀਆਂ ਚੌੜੀਆਂ ਟਰਮਸ ਐਂਡ ਕੰਡੀਸ਼ਨ ਨਹੀਂ ਹੈਗੀਆਂ। ਅਗਰ 4-5 ਲੱਖ ਤੁਹਾਡੇ ਕੋਲ ਆਪਣਾ ਹੈਗਾ ਹੈ ਤੇ 15-18 ਲੱਖ ਤੁਹਾਡਾ ਲੱਗਣਾ ਹੈ, ਤਾਂ ਜਿਹੜੇ ਬਾਕੀ ਦਾ ਗੈਪ ਬਣਦਾ ਹੈ 12-13 ਲੱਖ ਦਾ, 14 ਲੱਖ ਦਾ, ਤਾਂ ਉਹ ਸਰਕਾਰੀ ਬੈਂਕ ਤੇ ਗੈਰ ਸਰਕਾਰੀ ਜਿੱਦਾਂ ਬੈਂਕ, ਜੇ ਮੈਂ ਪ੍ਰਾਈਵੇਟ ਬੈਂਕਸ ਦੀ ਗੱਲ ਕਰ ਲਾਂ, HDFC ਹੈ, ਐਕਸਿਸ ਹੈ, ICICI ਹੈ, ਤਾਂ ਉਹ ਲੋਨ ਦਿੰਦੇ ਆ, ਐਜੂਕੇਸ਼ਨ ਲੋਨ ਦਿੰਦੇ ਆ, ਪ੍ਰੋਵਾਈਡਡ ਕਿ ਤੁਸੀਂ ਉਹਨਾਂ ਦੀ ਕੰਡੀਸ਼ਨਸ ਪੂਰੀਆਂ ਕਰੋ। ਤਾਂ ਇਹਦੇ ਵਿੱਚ ਬੱਚਾ ਤੇ ਮਾਪਿਓ ਸੌਖੇ ਕਿਸ ਤਰ੍ਹਾਂ ਰਹਿੰਦੇ ਆ ਕਿ ਉਹਨਾਂ ਨੂੰ ਇੱਕੋ ਦਮ ਇੱਕ ਤਾਂ ਵਿਆਜ ਨਹੀਂ ਦੇਣਾ ਉਹਨਾਂ ਨੇ, ਔਰ ਦੂਜਾ ਐਜੂਕੇਸ਼ਨ ਲੋਨ ਦਾ ਸਿਸਟਮ ਹੀ ਇੱਦਾਂ ਹੁੰਦਾ ਹੈ ਕਿ ਜਦੋਂ ਬੱਚੇ ਦੀ ਪੜ੍ਹਾਈ ਪੂਰੀ ਹੋ ਜਾਣੀ ਹੈ, ਉਸ ਤੋਂ ਬਾਅਦ ਜਾ ਕੇ ਬੱਚੇ ਦੀਆਂ ਕਿਸ਼ਤਾਂ ਸ਼ੁਰੂ ਹੋਣੀਆਂ। ਸੋ ਮੇਰਾ ਇੱਕ ਸੁਜੈਸ਼ਨ ਹੈ ਪੇਰੈਂਟਸ ਨੂੰ ਕਿ ਮੋਟੇ ਵਿਆਜ ਦਰਾਂ 'ਤੇ ਪੈਸੇ ਚੱਕਣ ਦੀ ਬਜਾਏ ਤੁਸੀਂ ਐਜੂਕੇਸ਼ਨ ਲੋਨ ਵੱਲ ਨੂੰ ਚੱਲੋ।
ਤਾਂ ਕਿ ਤੁਹਾਨੂੰ ਇੱਕੋ ਦਮ ਨਾ ਤਾਂ ਤੁਹਾਡਾ ਵਿਆਜ ਦਾ ਤੁਹਾਡੇ ਤੇ ਬਰਡਨ ਪਵੇ ਤੇ ਤੁਸੀਂ ਵੀ ਤੇ ਬੱਚੇ ਦੀ ਪੜ੍ਹਾਈ ਵੀ ਬੱਚਾ ਆਪਣੇ ਆਪ ਨੂੰ ਸਿਕਿਉਰ ਫੀਲ ਕਰੇ, ਬੱਚੇ ਦੇ ਦਿਮਾਗ ਤੇ ਬੋਝ ਨਾ ਹੋਵੇ ਕਿ ਉਹਨੇ ਪੜ੍ਹਾਈ ਦੇ ਨਾਲ ਪੈਸੇ ਲਾਉਣੇ ਆ। ਸੋ ਸਭ ਇਸ ਤੋਂ ਪਹਿਲਾਂ ਮੈਨੂੰ ਯਾਦ ਹੈ ਇੱਕ ਵਾਰ ਆਪਾਂ ਇੰਟਰਵਿਊ ਕੀਤੀ ਸੀਗੀ ਜਿਸ ਦੇ ਵਿੱਚ ਤੁਸੀਂ ਕਿਹਾ ਸੀ ਬੱਚਿਆਂ ਦੀ ਮਦਦ ਸਾਡੇ ਵੱਲੋਂ ਵੀ ਕੀਤੀ ਜਾਊਗੀ, ਵੀ ਅਗਰ ਉਹ ਕਿਸੇ ਬੈਂਕ ਦੇ ਕੋਲ ਲੋਨ ਲੈਣ ਲਈ ਜਾ ਰਹੇ ਨੇ ਤਾਂ ਦੇਖਿਆ ਜਾਂਦਾ ਵੀ ਡਾਕੂਮੈਂਟੇਸ਼ਨ ਪੂਰੀ ਨਹੀਂ ਹੁੰਦੀ ਹੈਗੀ, ਤਾਂ ਉੱਥੇ BSW ਜਿਹੜੀ ਹੈ ਨਾਲ ਹੈਲਪ ਕਰੂਗੀ ਬੱਚਿਆਂ ਦੀ। ਦੇਖੋ ਪਹਿਲਾਂ ਵੀ ਆਪਾਂ ਇਸ ਚੀਜ਼ ਤੇ ਕੀਤੀ ਸੀ ਕਿ ਜਿਹੜੇ ਬੱਚੇ ਐਜੂਕੇਸ਼ਨ ਲੋਨ ਲੈਣਾ ਚਾਹੁੰਦੇ ਆ ਸਾਡੀ ਕੰਪਨੀ ਉਹਨਾਂ ਨੂੰ ਹੈਲਪ ਕਰੂਗੀ। ਅਸੀਂ ਇੱਕ ਹੈਲਪ ਡੈਸਕ ਅਲੱਗ ਤੋਂ ਬਣਾਇਆ, ਇੱਕ ਟੀਮ ਸੈਟਅਪ ਕੀਤੀ ਹੈ ਜਿਹਦੇ 'ਚ ਐਜੂਕੇਸ਼ਨ ਲੋਨ ਦੇ ਡਾਕੂਮੈਂਟੇਸ਼ਨ ਪੂਰੇ ਕਿੱਦਾਂ ਕਰਨੇ, ਕਿਹੜੇ ਚਾਹੀਦੇ, ਕਿੱਦਾਂ ਐਜੂਕੇਸ਼ਨ ਲੋਨ ਮਿਲੂਗਾ। ਅਸੀਂ ਪਹਿਲਾਂ ਵੀ ਹੈਲਪ ਕਰਦੇ ਸੀ, ਅਸੀਂ ਹੁਣ ਵੀ ਹੈਲਪ ਕਰਾਂਗੇ। ਪਰ ਮੈਂ ਇੱਕ ਚੀਜ਼ ਬਿਲਕੁਲ ਕਲੀਅਰ ਕਰ ਦੇਣਾ ਚਾਹੁੰਦਾ ਕਿ ਡਾਕੂਮੈਂਟੇਸ਼ਨ ਬਣਾਉਣ ਦੇ ਵਿੱਚ ਹੁਣ ਕਿਸੇ ਬੰਦੇ ਕੋਲ ਇਨਕਮ ਟੈਕਸ ਰਿਟਰਨਾਂ ਨਹੀਂ ਹੈਗੀਆਂ, ਅਸੀਂ ਬੈਕਡੇਟ ਦੇ ਵਿੱਚ ਇਨਕਮ ਟੈਕਸ ਰਿਟਰਨਾਂ ਨਹੀਂ ਬਣਾਉਣੀਆਂ, ਨਾ ਅਸੀਂ ਉਹ ਚੀਜ਼ ਕਰ ਸਕਦੇ। ਇਲੀਗਲ ਐਕਟੀਵਿਟੀ ਦੇ ਵਿੱਚ ਸਾਡੀ ਕੋਈ ਇਨਵੋਲਵਮੈਂਟ ਨਹੀਂ ਹੋਊਗੀ। ਅਸੀਂ ਸਿਰਫ ਤੇ ਸਿਰਫ ਗਾਈਡ ਕਰਾਂਗੇ ਕਿ ਡਾਕੂਮੈਂਟੇਸ਼ਨ ਕੀ ਹੋਣੀ ਚਾਹੀਦੀ ਹੈ, ਤੁਹਾਡੀ ਫਾਈਲ ਕਿੱਦਾਂ ਬਣਨੀ ਚਾਹੀਦੀ, ਤਾਂ ਕਿ ਪਹਿਲੀ ਵਾਰ ਦੇ ਵਿੱਚ ਹੀ ਜਿਹੜਾ ਤੁਹਾਡਾ ਲੋਨ ਅਪਰੂਵਲ ਲਈ ਜਾਵੇ ਤਾਂ ਉਹਦੇ 'ਚ ਚਾਂਸਸ ਤੁਹਾਡੇ ਮੈਕਸਿਮਮ ਟੂ ਮੈਕਸਿਮਮ ਹੋਣ। ਹਾਂ, ਬਹੁਤ ਸਾਰੀਆਂ ਇਦਾਂ ਦੀਆਂ ਪਾਲਿਸੀਜ਼ ਗਵਰਨਮੈਂਟ ਦੀਆਂ ਹੈਗੀਆਂ ਜਿਹਦੇ ਵਿੱਚ ਕੁਛ ਇੱਕ ਫਿਕਸ ਅਮਾਊਂਟ ਤੱਕ ਉਹ ਵਿਦਆਊਟ ਸਿਕਿਉਰਿਟੀ ਲੋਨ ਵੀ ਦਿੰਦੀਆਂ, ਜਿੱਦਾਂ ਬਹੁਤ ਸਾਰੇ ਬੈਂਕ ਸਰਕਾਰੀ ਬੈਂਕ ਵੀ ਹੈ 7.5 ਤੋਂ 8 ਲੱਖ ਤੱਕ ਦਾ ਲੋਨ ਦਿੰਦੇ ਆ ਬਿਨਾਂ ਕਿਸੇ ਸਿਕਿਉਰਿਟੀ ਦੇ। ਕੁਝ ਪ੍ਰਾਈਵੇਟ ਬੈਂਕਸ ਦੀਆਂ ਪਾਲਿਸੀਜ਼ ਹੈਗੀਆਂ ਉਹ 15 ਤੋਂ 18 ਲੱਖ ਤੱਕ ਦਾ ਸਟੱਡੀ ਅਬਰੋਡ ਦੇ ਲਈ ਐਜੂਕੇਸ਼ਨ ਲੋਨ ਦਿੰਦੇ ਵਿਦਆਊਟ ਐਨੀ ਸਿਕਿਉਰਿਟੀ ਦੇ, ਪ੍ਰੋਵਾਈਡਡ ਕਿ ਪੇਰੈਂਟਸ ਦੀਆਂ ਇਨਕਮ ਟੈਕਸ ਰਿਟਰਨ 4, 5 ਜਾਂ 6 ਲੱਖ ਦੀਆਂ ਚਾਹੇ ਦੋਨਾਂ ਦੀ ਕੰਬਾਈਨ ਕਰਕੇ ਹੋਣ। ਸੋ ਹਾਂ, ਇਹ ਫਾਰਮੈਲਿਟੀਜ਼ ਬੱਚੇ ਪੂਰੇ ਕਰਦੇ ਤਾਂ ਸਾਡੀ ਟੀਮ ਹੈਲਪ ਕਰੂਗੀ ਐਜੂਕੇਸ਼ਨ ਲੋਨ ਦਿਵਾਉਣ ਦੇ ਵਿੱਚ। ਸੋਨੀ ਸਾਹਿਬ, ਇੱਕ ਸਵਾਲ ਹੁੰਦਾ, ਹਰ ਇੱਕ ਬੱਚੇ ਦਾ ਇੱਕ ਸਵਾਲ ਹੁੰਦਾ ਜ਼ਰੂਰ, ਇਹ ਗੈਪ ਨੂੰ ਲੈ ਕੇ ਜਿਹੜਾ ਆਪਾਂ ਗੱਲਬਾਤ ਕਰਕੇ ਹਟੇ ਹਾਂ। ਕਈ ਬੱਚੇ ਅਜਿਹੇ ਹੁੰਦੇ ਨੇ ਜਿਹਨਾਂ ਦਾ ਗੈਪ ਵੀ ਹੁੰਦਾ ਆ, ਐਲਸ ਦੇ ਵਿੱਚ ਬੈਂਡ ਬਹੁਤ ਹੁੰਦੇ ਨੇ, ਲੇਕਿਨ ਜਿਹੜੀ ਉਹਨਾਂ ਨੇ ਗ੍ਰੈਜੂਏਸ਼ਨ ਕੀਤੀ ਹੁੰਦੀ ਉਹਦੇ ਵਿੱਚ ਉਹਨਾਂ ਦੇ ਨੰਬਰ ਵੀ ਘੱਟ ਹੁੰਦੇ ਨੇ, ਉੱਤੋਂ ਗੈਪ ਵੀ ਹੈ। ਤਾਂ ਅਜਿਹੇ ਬੱਚਿਆਂ ਦਾ ਕਿੰਨੇ ਚਾਂਸਸ ਹੈਗੇ ਨੇ ਜਿਹੜੇ ਆ ਕੈਨੇਡਾ ਦੇ ਜਿਹੜਾ ਸਟੱਡੀ ਵੀਜ਼ਾ ਲੱਗ ਸਕਦਾ ਹੈ? ਦੇਖੋ, ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਸਾਡੇ ਕੋਲ ਜਿਹੜਾ ਪ੍ਰੈਕਟੀਕਲ ਐਕਸਪੀਰੀਅੰਸ ਜਿਹੜਾ ਅਸੀਂ ਕੀਤਾ ਹੋਇਆ, ਸਾਡੇ ਕੋਲ 16 ਸਾਲ ਦੇ ਗੈਪ ਵਾਲੇ ਬੱਚੇ ਦਾ ਵੀ ਵੀਜ਼ਾ ਆਇਆ ਹੋਇਆ, ਜਿਹਦਾ ਗ੍ਰੈਜੂਏਸ਼ਨ ਤੋਂ ਬਾਅਦ 16 ਸਾਲ ਦਾ ਗੈਪ ਸੀ, ਉਹਦਾ ਸਾਡੇ ਕੋਲ ਵੀਜ਼ਾ ਆਇਆ ਉਸ ਬੱਚੇ ਦਾ। +2 ਤੋਂ ਬਾਅਦ ਸਾਡੇ ਕੋਲ ਜਿਹੜਾ ਗੈਪ ਵਾਲਾ ਜ਼ਿਆਦਾ ਤੋਂ ਜ਼ਿਆਦਾ ਗੈਪ ਵਾਲਾ 8 ਸਾਲ ਦੇ ਗੈਪ ਤੋਂ ਬਾਅਦ +2 ਤੋਂ ਬਾਅਦ ਬੱਚੇ ਦਾ ਵੀਜ਼ਾ ਆਇਆ। ਹੁਣ ਕਿਸੇ ਬੱਚੇ ਦਾ ਗੈਪ ਹੋ ਗਿਆ, ਉਹਦੀ ਵਜ੍ਹਾ ਕੋਈ ਵੀ ਹੈ, ਉਹ ਕੋਈ ਜੁਰਮ ਨਹੀਂ ਹੈ ਕਿ ਜੇ ਉਹਦਾ ਬੱਚੇ ਦਾ ਗੈਪ ਹੋ ਗਿਆ, ਉਹਨੇ ਕੋਈ ਬਹੁਤ ਵੱਡਾ ਗੁਨਾਹ ਨਹੀਂ ਕਰਤਾ, ਉਹਦਾ ਗੈਪ ਹੋ ਗਿਆ। ਹੁਣ ਕਿਸੇ ਬੱਚੇ ਦੇ ਕਿਸੇ ਟਾਈਮ ਫਾਈਨੈਂਸ਼ੀਅਲ ਕੰਡੀਸ਼ਨਸ ਮਾੜੀਆਂ ਹੋ ਸਕਦੀਆਂ, ਅਗਲਾ +2 ਕੀਤੀ ਕੰਮਕਾਰ ਕਰਨ ਲੱਗ ਗਿਆ, ਸੋ ਉਹਨੇ ਉਸ ਟਾਈਮ ਪੀਰੀਅਡ ਦੇ ਵਿੱਚ ਜੋ ਕੀਤਾ ਉਸ ਚੀਜ਼ ਨੂੰ ਅਸੀਂ ਪ੍ਰੋਪਰ ਡਾਕੂਮੈਂਟੇਸ਼ਨ ਦੇ ਨਾਲ ਅਸੀਂ ਉਸੇ ਚੀਜ਼ ਨੂੰ ਦਿਖਾਉਂਦੇ ਹਾਂ, ਐਕਸਪਲੇਨ ਕਰਦੇ ਹਾਂ ਕਿ ਉਹਦਾ ਗੈਪ ਕਿਸ ਵਜ੍ਹਾ ਕਰਕੇ ਬਣਿਆ। ਉਹ ਸਾਰੇ ਡਾਕੂਮੈਂਟਸ ਅਗਰ ਦਿਖਾਏ ਜਾਣਗੇ ਜਾਂ ਉਹ ਸਾਰਾ ਉਹਦਾ ਟਰੈਕ ਦਿਖਾਇਆ ਜਾਊਗਾ ਤਾਂ ਉਸ ਬੱਚੇ ਨੂੰ ਵੀਜ਼ਾ ਮਿਲਦਾ ਹੈ। ਹਾਂ, ਬੱਚਿਆਂ ਦੇ ਦਿਮਾਗ 'ਚ ਇਹ ਵੀ ਬਹੁਤ ਵਾਰੀ ਹੁੰਦਾ ਹੈ ਕਿ ਬੱਚੇ ਦੇ +2 ਦੇ ਵਿੱਚ ਨੰਬਰ ਘੱਟ ਹੈ, ਉਸ ਤੋਂ ਬਾਅਦ ਬੱਚੇ ਨੇ ਗ੍ਰੈਜੂਏਸ਼ਨ ਕਰ ਲਈ, ਉਹਦੇ ਵਿੱਚ ਉਹਦੇ ਨੰਬਰ ਠੀਕ ਹੈ। ਮੈਂ ਇੱਕੋ ਚੀਜ਼ ਕਹੂੰਗਾ, ਅਗਰ ਬੱਚੇ ਦੇ 6 ਈਚ ਬੈਂਡ ਹੈਗੇ ਹੈ, ਚਾਹੇ ਉਹ ਬੱਚਾ ਗ੍ਰੈਜੂਏਟ ਹੈ, ਚਾਹੇ ਉਹ ਬੱਚਾ +2 ਹੋਲਡਰ ਹੈ, ਉਹਦਾ ਗੈਪ ਕਿੰਨਾ ਵੀ ਹੈ, ਉਹਦਾ ਵੀਜ਼ਾ ਆਊਗਾ, ਉਹਦੀ ਫਾਈਲ ਉਸ ਤਰੀਕੇ ਲੱਗੂਗੀ ਕਿ ਉਹਨੇ ਉਸ ਗੈਪ ਪੀਰੀਅਡ ਦੇ ਵਿੱਚ ਜੋ ਕੀਤਾ ਹੈ ਉਹਦੀ ਐਕਸਪਲੇਨੇਸ਼ਨ ਅਸੀਂ SOP ਦੇ ਵਿੱਚ ਦੇਵਾਂਗੇ ਤੇ ਉਸ ਬੱਚੇ ਨੂੰ ਵੀਜ਼ਾ ਮਿਲੂਗਾ। ਨੰਬਰ 50% ਤੋਂ ਘੱਟ ਨਹੀਂ ਹੋਣੇ ਚਾਹੀਦੇ, 6 ਈਚ ਬੈਂਡ ਹੋਣੇ ਚਾਹੀਦੇ ਹੈ, ਗੈਪ ਭਾਵੇਂ 15 ਸਾਲ ਦਾ ਹੋਵੇ, ਬੱਚੇ ਦਾ ਵੀਜ਼ਾ ਆਊਗਾ। ਸੋ ਅਸੀਂ BS BW ਕੈਰੀਅਰ ਬਿਲਡਰਸ ਦੇ ਆਫਿਸ ਦੇ ਵਿੱਚ ਮੌਜੂਦ ਹਾਂ। ਸਾਡੇ ਨਾਲ ਸਟੂਡੈਂਟ ਮੌਜੂਦ ਨੇ ਜਿਨ੍ਹਾਂ ਦੇ 8 ਸਾਲ ਦੇ ਗੈਪ ਦੇ ਨਾਲ ਵੀਜ਼ਾ ਅਪਰੂਵ ਹੋਇਆ ਤਾਂ ਗੱਲਬਾਤ ਕਰਦੇ ਹਾਂ। ਸਰ, ਸਭ ਤੋਂ ਪਹਿਲਾਂ ਦੱਸੋ ਕਿ ਸੱਚੀ ਤੁਹਾਡਾ ਵੀਜ਼ਾ ਅਪਰੂਵ ਹੋਇਆ ਜਾਂ ਨਹੀਂ, ਕਿ ਗੱਲਾਂ ਹੀ ਨੇ ਇਕੱਲੀਆਂ? ਦੇਖੋ ਜੀ, ਇੱਦਾਂ ਇਹਦਾ ਪ੍ਰੂਫ ਤਾਂ ਇਹ ਹੈ ਜਿਹਨੂੰ ਕਹਿੰਦੇ PPR ਰਿਕੁਐਸਟ ਲੈਟਰ। ਜਿਹੜਾ ਬੱਚੇ ਨੇ ਆਪਣੀ ਫਾਈਲ ਲਾਈ ਹੋਈ ਹੈ ਉਹਨਾਂ ਨੂੰ ਇਹ ਪਤਾ ਚੱਲ ਜਾਣਾ ਕਿ ਜਦੋਂ PPR ਰਿਕੁਐਸਟ ਲੈਟਰ ਆ ਗਿਆ ਇਹਦਾ ਮੀਨਿੰਗ ਉਹਨਾਂ ਦਾ ਵੀਜ਼ਾ ਆ ਗਿਆ। ਇੱਕ ਵਾਰੀ ਕੈਮਰੇ 'ਚ ਦਿਖਾ ਦਿਓ, ਕਿਉਂਕਿ ਬਹੁਤ ਸਾਰੇ ਲੋਕ ਹੁੰਦੇ ਨੇ ਉਹਨਾਂ ਨੂੰ ਵਹਿਮ ਹੁੰਦਾ ਨਾ ਕਿਤੇ ਵੀ ਝੂਠ ਬੋਲਦੇ ਪਏ ਨੇ। ਇੱਕ ਵਾਰੀ ਕੈਮਰੇ ਵੱਲ ਕਰਕੇ ਦਿਖਾ ਦਿਓ ਵੀ ਹਾਂ ਬਿਲਕੁਲ। ਅੱਛਾ, 8 ਸਾਲ ਦਾ ਗੈਪ ਸੀ, ਕਿੱਥੋਂ ਤੱਕ ਪੜ੍ਹਾਈ ਕੀਤੀ ਹੈ ਇਹ ਤੁਸੀਂ? ਦੇਖੋ ਜੀ, ਮੈਂ +2 ਕੀਤੀ ਹੈ, ਲੁਧਿਆਣੇ 'ਚ ਹੀ ਕੀਤੀ ਸੀ, ਠੀਕ ਹੈ ਜੀ। ਫਿਰ ਆਪਾਂ ਆਪਣਾ ਜੋਬ ਵਗੈਰਾ ਕੀਤੀ, ਠੀਕ ਹੈ ਜੀ। ਫਿਰ ਉਸ ਤੋਂ ਬਾਅਦ 2 ਸਾਲ ਇੱਕ ਜਗ੍ਹਾ 'ਤੇ ਕੀਤੀ, ਸਾਲ ਇੱਕ ਜਗ੍ਹਾ 'ਤੇ ਕੀਤੀ। ਫਿਰ ਉਸ ਤੋਂ 3-4 ਸਾਲ ਬਾਅਦ ਆਪਾਂ ਫਿਰ ਆਪਣੀ ਫੈਕਟਰੀ ਖੋਲ੍ਹ ਲਈ, ਠੀਕ ਹੈ। ਡਾਕੂਮੈਂਟੇਸ਼ਨ ਆਪਣੇ ਕੋਲ ਪੂਰੀ ਸੀ, ਬਿਕੋਜ਼ ਆਪਣਾ ਸਾਰਾ ਸਟਾਰਟਿੰਗ ਤੋਂ ਜਿਵੇਂ ਕੀਤਾ ਸੀਗਾ, ਲੈਟਰ ਵਗੈਰਾ ਆਈ ਗਏ, ਐਕਸਪੀਰੀਅੰਸ ਲੈਟਰ ਆਈ ਗਿਆ, ਸਾਰਾ ਕੁਛ। ਅਤੇ ਉਸ ਤੋਂ ਬਾਅਦ ਆਪਣੀ ਫਰਮ ਹੋ ਗਈ, ਫਿਰ ਰਿਟਰਨਾਂ ਲੱਗ ਗਈਆਂ, ਠੀਕ ਹੈ ਜੀ, ਉਹ ਪ੍ਰੂਫ ਹੋ ਗਏ। ਮੀਨਿੰਗ 2013 'ਚ ਮੈਂ +2 ਕੀਤੀ ਸੀ ਆਪਣੀ, ਅਤੇ 2013 ਤੋਂ ਬਾਅਦ ਸੈਪਟੈਂਬਰ 'ਚ ਜਾ ਕੇ ਆਪਣਾ ਵੀਜ਼ਾ ਲਾਇਆ ਸੀ, ਠੀਕ ਹੈ ਜੀ। ਫਿਰ ਆਪਣੇ ਕੋਲ ਸਾਰੇ ਸਰਟੀਫਿਕੇਟ ਸੀਗੇ, 10th +2, ਫਿਰ ਜਿੰਨੀ ਕੰਪਨੀ ਕੰਮ ਕੀਤਾ ਮੈਂ, ਠੀਕ ਹੈ, ਉਹਨਾਂ ਦੇ ਐਕਸਪੀਰੀਅੰਸ ਲੈਟਰ ਵਗੈਰਾ ਸੀਗੇ। ਅਤੇ ਇੱਥੇ ਮੈਂ ਬਹੁਤ ਜਗ੍ਹਾ ਗਿਆ, ਮੀਨਿੰਗ ਲੁਧਿਆਣੇ 'ਚ 70 to 80% ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟ ਉਹਨਾਂ ਨੇ ਮੈਨੂੰ ਇਹੀ ਕਿਹਾ ਕਿ ਨਹੀਂ ਲੱਗਣਾ, ਠੀਕ ਹੈ ਜੀ। ਕਿੰਨੇ ਕੰਸਲਟੈਂਟ ਕੋਲ ਜਾ ਕੇ ਤੁਸੀਂ? ਮੈਂ ਬਹੁਤ ਕੋਲ ਗਿਆ, ਮੈਂ ਮੀਨਿੰਗ ਚੰਡੀਗੜ੍ਹ ਜਾ ਕੇ ਆਇਆ, ਇੱਧਰ ਜਾ ਕੇ ਮੈਨੂੰ ਲੁਧਿਆਣੇ 'ਚ ਤਾਂ ਮੰਨ ਲਓ ਮੈਂ ਕੋਈ ਕੰਸਲਟੈਂਟ ਛੱਡਿਆ ਨਹੀਂ ਜਿਹਦਾ ਨਾਮ ਹੋਵੇ ਵਧੀਆ, ਅਤੇ ਉਹਨਾਂ ਕੋਲ ਸਾਰਿਆਂ ਕੋਲ ਗਿਆ। ਫਿਰ ਮੈਂ ਆਉਂਦੇ ਇੱਕ ਮੈਂ ਇੱਥੇ ਫਿਰੋਜ਼ਿਆਂ ਦੀ ਮਾਰਕੀਟ 'ਚ ਇੱਕ ਹੋਰ ਸੀਗੇ ਅਤੇ ਇੱਕ BS BW, ਠੀਕ ਹੈ ਜੀ। ਫਿਰ ਮੈਂ ਇੱਥੇ ਆਇਆ,
ਫਿਰ ਇਹਨਾਂ ਦੀ ਜਿਹੜੀ ਗੱਲਬਾਤ ਸਾਰਾ ਕੁਝ ਇਹਨਾਂ ਨੇ ਜਿਵੇਂ ਜਿਵੇਂ ਮੈਨੂੰ ਦੱਸਿਆ ਕੀਤਾ, ਮੈਨੂੰ ਉਹਦੇ ਬਾਅਦ ਚੱਲ ਗਿਆ ਸੀ ਕਿ ਹਾਂ ਵੀ ਇਹ ਬੰਦੇ ਲਿਆ ਸਕਦੇ ਆ ਮੇਰਾ, ਠੀਕ ਹੈ ਜੀ। ਫਿਰ ਇਹਨਾਂ ਨੂੰ ਮੈਂ ਡਾਕੂਮੈਂਟ ਦਿਖਾਏ, ਸੁਨੀਲ ਸਰ ਨੂੰ ਦਿਖਾਏ ਡਾਕੂਮੈਂਟ ਕਿ ਆਹ ਡਾਕੂਮੈਂਟ ਮੇਰੇ ਹੈਗੇ ਆ ਕਿ ਤੁਸੀਂ ਹੋ ਜਾਊਗਾ, ਕਹਿੰਦੇ ਆ ਜਾਊਗਾ ਜੀ। ਮੈਂ ਇਹਨਾਂ ਨੇ ਕਿਹਾ ਆ ਜਾਊਗਾ, ਮੈਂ ਕਿਹਾ ਹੁਣ ਆ ਜਾਊਗਾ, ਹੁਣ ਮੈਨੂੰ ਟੈਨਸ਼ਨ ਨਹੀਂ ਸੀ ਕੋਈ, ਠੀਕ ਹੈ। ਫਿਰ ਐਕਸਾਈਟਮੈਂਟ ਰਹਿੰਦੀ ਹੈ ਵੀ ਉਹ ਪ੍ਰੋਸੈਸ ਥੋੜ੍ਹੀ ਹੌਲੀ ਚੱਲੀ, ਫਿਰ ਸਾਰਾ ਕੁਝ ਕੀਤਾ ਅਤੇ ਆਈ ਗਿਆ। ਫਿਰ ਇੱਕ ਖੁਸ਼ਖਬਰੀ ਮਿਲੀ, ਚਲੋ ਜੀ ਤੁਹਾਡੀ ਆਫਰ ਐਕਸੈਪਟ ਹੋ ਗਈ ਹੈ, ਮੈਨੂੰ ਯੂਨੀਵਰਸਿਟੀ ਨੇ ਐਕਸੈਪਟ ਕਰ ਲਿਆ ਹੋਇਆ। ਮੈਂ ਚਲੋ ਵਧੀਆ ਗੱਲ ਹੈ, ਚਲੋ ਕਰ ਲਿਆ। ਅਤੇ ਫਿਰ ਆਪਾਂ ਦੇਖਿਆ, ਫਿਰ ਸਰ ਨੇ ਅੱਗੋਂ ਪ੍ਰੋਸੈਸ ਦੱਸਿਆ ਕਿ ਕੀ ਕਰਨਾ ਤੁਸੀਂ ਅੱਗੇ, ਕਿੱਦਾਂ ਕਰਨਾ। ਪੂਰੀ ਹੈਲਪ ਕੀਤੀ ਕਿ ਨਾਲ ਦੀ ਨਾਲ ਸਟੈਪ ਬਾਏ ਸਟੈਪ ਹੈਲਪ ਕੀਤੀ। ਅਤੇ ਇੱਕ ਨਾ ਟਰਾਂਸਪੇਰੈਂਸੀ ਜਿਹੜੀ ਸੀ ਮੇਨ ਚੀਜ਼ ਉਹ ਹੁੰਦੀ ਹੈ, ਬਿਕੋਜ਼ ਸਾਨੂੰ ਹੁਣ ਕਈ ਸਟੂਡੈਂਟਸ ਹੁੰਦੇ ਆ, ਸਾਨੂੰ ਹੁਣ ਹਰੇਕ ਗੱਲ ਜਦੋਂ ਪਤਾ ਲੱਗਦਾ ਰਹਿੰਦਾ ਨਾ, ਸਾਡੇ 'ਚ ਕੌਨਫੀਡੈਂਸ ਆਉਂਦਾ ਰਹਿੰਦਾ ਕਿ ਹਾਂ ਬਈ ਸਾਡਾ ਕੁਛ ਨਾ ਕੁਛ ਅੱਗੇ ਚੱਲ ਰਿਹਾ, ਠੀਕ ਹੈ। ਨਹੀਂ, ਮੈਂ ਕਾਫੀ ਬੱਚਿਆਂ ਸੁਣਿਆ ਕਿ ਕੰਸਲਟੈਂਟ ਉਹਨਾਂ ਨੂੰ ਦੱਸਦੇ ਨਹੀਂ ਹੈਗੇ ਕਿ ਕੀ ਕਰਨਾ ਕੀ ਨਹੀਂ ਕਰਨਾ। ਅਤੇ ਇੱਥੇ ਇੱਦਾਂ ਸੀ, ਮੈਨੂੰ ਸਟੈਪ ਬਾਏ ਸਟੈਪ ਜੋ ਮੈਂ ਪੁੱਛ ਰਿਹਾ ਸੀ, ਮੈਨੂੰ ਪੂਰੀ ਫੀਡਬੈਕ ਮਿਲਦੀ ਪਈ ਸੀਗੀ, ਠੀਕ ਹੈ। ਜਿਹੜੇ ਇਹਨਾਂ ਦੇ ਮੈਡਮਸ ਹੈਗੀਆਂ ਨੇ ਸਾਰੇ ਮੀਨਿੰਗ ਬਹੁਤ ਹੀ ਕੋਆਪਰੇਟਿਵ ਨੇ, ਕਿ ਜੋ ਪੁੱਛੋ ਉਹ ਦੱਸਦੇ ਆ, ਕੀ ਅਗਲਾ ਪ੍ਰੋਸੈਸ ਆ ਉਹ ਵਧੀਆ ਤਰੀਕੇ ਨਾਲ ਸਮਝਾਉਂਦੇ ਆ, ਠੀਕ ਹੈ। ਅਤੇ ਫਿਰ ਪਿੱਛੇ ਜੇ ਹੁਣ 25 ਨੂੰ ਮੇਰਾ ਆਇਆ ਹੈ PPR, ਉਦੋਂ ਤਾਂ ਫਿਰ ਨਜ਼ਾਰੇ ਹੀ ਆ ਗਈ। ਅੱਛਾ, ਅਖੀਰ ਦੇ ਵਿੱਚ ਉਹਨਾਂ ਬੱਚਿਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜਿਨ੍ਹਾਂ ਦੇ ਗੈਪ ਨੇ ਤੁਹਾਡੇ ਵਾਂਗੂ ਹੀ, ਲੇਕਿਨ ਹੋਰ ਕਿਸੇ ਕੰਸਲਟੈਂਟ ਦੇ ਕੋਲ ਫਸ ਜਾਂਦੇ ਨੇ ਜਾ ਕੇ, ਉਹ ਕਹਿ ਦਿੰਦੇ ਨੇ ਆ ਜਾਊਗਾ, ਲੇਕਿਨ ਉਹਨਾਂ ਦੇ ਆਉਂਦੇ ਨਹੀਂ ਹੈਗੇ, ਜਿਹੜੇ ਵੀਜ਼ਾਸ ਹੁੰਦੇ ਨੇ ਅਪਰੂਵ ਨਹੀਂ ਹੁੰਦੇ ਹੈਗੇ, ਉਹਨਾਂ ਬੱਚਿਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਤੁਸੀਂ? ਦੇਖੋ ਜੀ, ਸਾਰਿਆਂ ਨਾਲੋਂ ਵੱਡੀ ਗੱਲ ਤਾਂ ਇਹ ਆ, BSBW ਜਿਹੜਾ ਵੀ ਬੰਦਾ ਆਉਂਦਾ ਹੈ, ਠੀਕ ਹੈ ਜੀ, ਇਹ ਆਪਣੇ ਵੱਲੋਂ ਪੂਰਾ ਜ਼ੋਰ ਲਾ ਦਿੰਦੇ ਆ। ਜੇ ਤੁਹਾਡੀ ਕਿਸਮਤ 'ਚ ਹੈਗਾ, ਠੀਕ ਹੈ ਜੀ, ਅਤੇ BSBW ਤੁਹਾਡਾ ਲਿਆ ਸਕਦਾ। ਇਹ 'ਚ ਮੈਨੂੰ ਕੌਨਫੀਡੈਂਸ ਤਾਂ ਹੋਇਆ ਬਿਕੋਜ਼ 7-8 ਸਾਲ ਦਾ ਗੈਪ, 80% ਬੰਦੇ ਮੈਨੂੰ ਕਹਿ ਰਹੇ ਆ ਕਿ ਨਹੀਂ ਹੋਣਾ, ਠੀਕ ਹੈ। ਅਤੇ ਫਿਰ ਮੇਰਾ ਆ ਰਿਹਾ ਰਿਜ਼ਲਟ, ਉਹ ਵੀ ਬਿਨਾਂ ਕੋਈ ਰਿਜੈਕਸ਼ਨ, ਬਿਨਾਂ ਕੋਈ ਤਕਲੀਫ ਦੇ। ਮੀਨਿੰਗ ਪ੍ਰੋਸੈਸ ਇੰਨਾ ਨਰਮ ਰਿਹਾ ਨਾ, ਜਿਵੇਂ ਜਿਵੇਂ ਪ੍ਰੋਸੈਸ ਚੱਲੀ ਗਿਆ, 2 ਮਹੀਨੇ 2.5 ਮਹੀਨੇ 'ਚ ਮੇਰਾ PPR ਆ ਗਿਆ, ਠੀਕ ਹੈ ਜੀ। ਕੋਈ ਐਕਸਟਰਾ ਪੈਸਾ ਨਹੀਂ, ਠੀਕ ਹੈ। ਬਾਇਓਮੈਟ੍ਰਿਕ ਦਾ ਪ੍ਰੋਪਰ ਇਹਨਾਂ ਨੇ ਦੱਸ ਕੇ ਭੇਜਿਆ ਵੀ ਇੱਦਾਂ ਹੋਊਗੀ, ਉੱਥੇ ਜਾ ਕੇ ਕਿਸੇ ਨੇ ਪਰੇਸ਼ਾਨੀ, ਉੱਥੇ ਕੋਈ ਪਰੇਸ਼ਾਨੀ ਨਹੀਂ। ਮੈਨੂੰ ਜਿਹੜੀਆਂ ਮੈਡੀਕਲ 'ਚ ਕੋਈ ਪਰੇਸ਼ਾਨੀ ਨਹੀਂ ਆਈ, ਜੋ ਇਹਨਾਂ ਨੇ ਦਿੱਤਾ ਡੇਟ ਵਾਈਜ਼, ਇਹਨਾਂ ਦੀ ਇਨਫੋਰਮੇਸ਼ਨ ਜਿਹੜੀ ਪ੍ਰੋਵਾਈਡਡ ਸੀ ਉਸ ਤੋਂ ਜ਼ਿਆਦਾ ਇੱਕ ਡਾਕੂਮੈਂਟ ਨਹੀਂ ਲੱਗਿਆ। ਮੀਨਿੰਗ ਬੈਸਟ ਸਰਵਿਸ ਆਈ ਕੈਨ ਸੇ ਦੈਟ, ਯਾ। ਥੈਂਕ ਯੂ। ਸੋ ਵਧੇਰੀ ਅਪਡੇਟਸ ਜੁੜੇ ਰਹੋ ਟਾਈਮਸ ਨਾਲ। ਕੈਮਰਾਮੈਨ ਤੋਂ ਮਥਾੜੂ ਦੇ ਨਾਲ ਗੁਰਦੀਪ ਸਿੰਘ ਲੰਮੀ ਲੁਧਿਆਣਾ।